अस्सलामुअलैकुम नादरीन। अल्लाह ताला से ये उम्मीद करता हूँ कि अल्लाह ताला ने आपको जहाँ पर भी रखा होगा अपने हिफ्ज़ अमान में रखा होगा। नादरीन, मैं अक्सर जो है ना प्रोग्राम्स में आपको बताता हूँ कि जेलों के अंदर क्या होता है, और आप लोग जो है ना मेरी बात को बड़े अच्छे तरीके से सुनते हैं, समझते हैं, और आप लोग नीचे कमेंट बॉक्स में लिखते हैं कि या अल्लाह मेरी तौबा कि हम जेल नहीं गए। आज जो है ना एक ऐसे इंसान का मुझे ऑडियो मैसेज आया है, उसने मेरी एक वीडियो के नीचे ये मैसेज किया था। जब मैंने उससे राब्ता किया तो मैंने उनको कहा कि जी आप कौन हैं? उन्होंने बताया मेरा नाम इमरान है और मैं गुजरांवाला का जो है ना रिहायशी हूँ। उन्होंने मेरी बातों को जो है ना बड़े गौर से सुना और जेल के सारे प्रोग्राम्स देखने के बाद जो है ना अपनी राय मेरे से शेयर की। आप यकीन कीजिएगा, इस बंदे ने जब ऑडियो पैगाम मुझे भेजा है ना, तो मैंने एक-एक लफ़्ज़ बड़े गौर से सुना है और मुझे माज़ी याद आ गया। इस बंदे की एक-एक बात जो है ना आपने इसको गौर से सुनना है और यकीन कीजिएगा, एक लफ़्ज़ भी जो है ना इसमें ऐसा नहीं है कि जो खुद साख्ता हो। जेन्युइन बातें बिल्कुल इसी तरह होता है। जेल के अंदर बेड़ी जब लगती है तो क्या होता है, जेल के अंदर आप जब रहते हैं तो आपके साथ क्या-क्या मामलात होते हैं, आपको किस तरह से जो है ना सर झुकाकर अपना टाइम पास करना पड़ता है। ये सारी बातें आपको तब समझ आएँगी, पहले आप ये मैसेज सुनें। जी साहब की हाल है, ठीक ठाक हो? होर सुनाओ? इमरान जट गुजरांवाला। जी जी, ਤੁਹਾਡੀ ਇਹ ਵੀਡੀਓ ਵੇਖੀ ਨਹੀਂ ਹੈ ਕਿ ਜੇਲ੍ਹ 'ਚ ਕਸੂਰੀ ਪੈਰਾ ਇਹ ਉਹ। ਹਾਂਜੀ ਸਰ, ਬਹੁਤ ਔਖਾ ਪੈਂਦਾ ਹੈ। ਤੁਸੀਂ ਸਮਝਾਉਂਦੇ ਹੋ ਨਵੀਂ ਅਵਾਮ ਨੂੰ, ਇਹ ਨਹੀਂ ਲੋਕ ਸਮਝਦੇ। ਉੱਥੇ ਬੜੇ ਬੜੇ ਮਾਵਾਂ ਦੇ ਲਾਲ ਜਿੱਥੇ ਪਿਸ਼ਾਬ ਬਹਿੰਦੇ ਨੇ, ਉੱਥੋਂ ਹੀ ਪਾਣੀ ਪੀਤਾ ਜਾਂਦਾ ਹੈ, ਉੱਥੇ ਹੀ ਨਹਾਤਾ ਜਾਂਦਾ, ਉੱਥੇ ਹੀ ਪਿਸ਼ਾਬ ਕੀਤਾ ਜਾਂਦਾ ਹੈ। ਨਾਲ ਹੀ ਵਾਸ਼ਰੂਮ ਇੱਕ ਦੂਸਰੇ ਦਾ ਨੰਗ ਪੁਣਾ ਵੇਖਣਾ ਪੈਂਦਾ ਹੈ। ਨਿੱਕੀਆਂ ਨਿੱਕੀਆਂ ਕੰਧਾਂ ਹੁੰਦੀਆਂ, ਉੱਥੇ ਖਲੋ ਕੇ ਨਹਾਤਾ ਨਹੀਂ ਜਾਂਦਾ, ਪਿਸ਼ਾਬ ਬਹਿਆ ਨਹੀਂ ਜਾਂਦਾ। ਨਿੱਕੀ ਜਿਹੀ ਕੰਧ ਹੁੰਦੀ ਏ, 5-5 6-6 ਬੰਦੇ ਕਸੂਰੀ ਪੈਰੇ ਡੱਕੇ ਜਾਂਦੇ ਨੇ। ਅਤੇ ਇੱਕ ਡੱਬਾ ਦਿੱਤਾ ਜਾਂਦਾ, ਡੁੱਲੂ ਲੈਣਾ, ਉਹਦੇ ਵਿੱਚੋਂ ਅੱਧਾ ਡੁੱਲ ਜਾਣਾ, ਅੱਧਾ ਅੰਦਰ ਆ ਜਾਣਾ। ਤੇ ਉਹਨੂੰ ਬਾਰ-ਬਾਰ ਕਹਿਣਾ ਜਨਾਬ ਸ਼ੋਰਾ ਥੋੜ੍ਹਾ ਵੱਧ ਪਾਈ, ਤਰੀ ਥੋੜ੍ਹੀ ਪਾਈ, ਅਤੇ ਤਰੀ ਤਾਂ ਹੁੰਦੀ ਕੋਈ ਨਹੀਂ ਚੋਈ ਸਾਹਿਬ। ਅਤੇ ਸ਼ੋਰਾ ਇੰਝ ਹੀ ਹੁੰਦਾ ਜਿਵੇਂ ਨਲਕੇ ਤੋਂ ਪਾਣੀ ਭਰਿਆ, ਨਮਕ ਲੱਭਦਾ ਕੋਈ ਨਹੀਂ ਕਸੂਰੀ। ਵੇਖੋ ਨਮਕ ਦੀ ਬਾਹਰ ਦੁਨੀਆਦਾਰੀ 'ਤੇ ਕਿੰਨੀ ਕੁ ਕਦਰ ਏ। 20 ਰੁਪਏ ਦਾ, 30 ਰੁਪਏ ਦਾ ਲੈ ਲਈਦਾ, 50 ਰੁਪਏ ਦਾ ਵੱਧੋ ਵੱਧ, 100 ਰੁਪਏ ਦਾ ਲੈ ਲਈਦਾ। ਵਧੀਆ ਨਮਕ ਦੀ ਪੁੜੀ 100 ਰੁਪਏ ਦੀ ਵੱਡੇ ਸਟੋਰ ਤੋਂ ਲੈ ਲਾਂਗੇ। ਉੱਥੇ ਚੋਈ ਸਾਹਿਬ ਨਮਕ ਵੀ ਲੈਣਾ ਨਾ ਤੁਸੀਂ ਗੁੱਥੀ, ਅਤੇ ਹੈਡ ਵਾਟਰ ਨੂੰ ਗੁੱਥੀ ਕਿੱਥੋਂ ਦਿੰਦੇ ਨੇ, ਚੁੰਡੀ ਕੁ ਦੇ ਜਾਂਦੇ ਨੇ। ਫਿਰ ਜਦੋਂ ਮੁੱਕ ਜਾਂਦਾ ਫਿਰ ਥੋੜ੍ਹੀ ਚੁੰਡੀ ਕੁ ਦੇ ਜਾਂਦੇ ਨੇ। 1000 ਰੁਪਈਆ ਲੈਂਦੇ ਨੇ 2-3 ਚੁੰਡੀਆਂ ਦੇਣ ਦਾ। ਕੀ ਪਤਾ ਜਿਨ੍ਹਾਂ ਕੱਟੀਆਂ ਪਤਾ ਤਾਂ ਉਹਨਾਂ ਨੂੰ ਵੀ। ਅਤੇ 18 ਮਹੀਨੇ ਬੇੜੀ ਲੱਗੀ ਰਹੀ ਏ, ਉਡਦੀ ਲੱਗੀ ਰਹੀ ਪੂਰੀ ਜੇਲ੍ਹ 'ਚ। 2 ਕਤਲ ਸਨ, 3 ਚੋਰੀਆਂ। ਪੂਰੀ ਜੇਲ੍ਹ ਦੀ ਉਡਦੀ ਕੱਟੀ 18 ਮਹੀਨੇ ਬਾਅਦ ਜਾ ਕੇ ਬੇੜੀ ਵੀ ਲੱਥੀ ਅਤੇ ਉਡਦੀ ਬੰਦ ਕਰਾਈ। ਅਸਗਰ ਗੁੱਜਰ ਲੱਗਾ ਸੀ। ਉਸ ਤੋਂ ਬਾਅਦ ਬਾਬਾ ਜ਼ਿਆਓ ਦੇ ਦੌਰ 'ਚ ਵੀ ਰਹੇ ਹਾਂ। ਬਹੁਤ ਔਖਾ ਰਿਹਾ ਮੈਂ। ਅਤੇ ਬਾਕੀ ਪੰਜਾਬ ਦੀਆਂ ਲਾਹੌਰ ਜੇਲ੍ਹ ਸਾਨੂੰ ਲਿਆ ਹੀ ਨਹੀਂ ਸੀ। ਲਾਹੌਰ ਬਾਹਰ ਹੀ ਲਾਇਆ, ਗੱਡੀ ਲੱਗੀ ਰਹੀ ਉੱਥੇ, ਗੱਡੀ 'ਚ ਲਾਇਆ, ਡਿਊਟੀ ਕੀਤਾ, ਡਿਊਟੀ 'ਚ ਵਾਪਸ ਕਰ ਦਿੱਤਾ। ਅਤੇ ਅਸਦੁੱਲਾ ਵੜੈਚ ਲੱਗਾ ਸੀ, ਉਹਨੇ ਨਹੀਂ ਵਾਪਸ ਲਿਆ। ਉਹਨੇ ਕਿਹਾ ਅਸੀਂ ਨਹੀਂ ਲੈਣਾ, ਇਹ ਜੇਲ੍ਹ ਪਿੱਛੋਂ ਇੰਤਸ਼ਾਰੀਏ ਨੇ। ਮੁਸ਼ੱਕਤ ਨਹੀਂ ਕੀਤੀ, ਚਲੋ ਮਾਰ ਖਾ ਲਈਏ। ਨਹੀਂ ਜਦੋਂ ਕੋਈ ਭੁੱਲ ਗਏ, ਕਹਿ ਤਾਂ ਨਹੀਂ ਕਰਨੀ। ਫਿਰ ਜਦੋਂ ਦੁਬਾਰਾ ਬੰਦਾ ਕਰਨ ਲੱਗ ਪਿਆ ਤਾਂ ਫਿਰ ਕੈਦੀ ਟਿਚਕਰਾਂ ਕਰਦੇ ਨੇ, ਲੈ 2 ਲਿੱਤਰ ਵੱਜੇ ਅਤੇ ਮੁਸ਼ੱਕਤ ਕਰਨ ਲੱਗ ਪਿਆ। ਫਿਰ ਲਿੱਤਰ ਖਾਣੇ ਪੈਂਦੇ ਨੇ, ਮੁਸ਼ੱਕਤ ਨਾ ਕਰੀਏ ਫਿਰ ਹਰ ਜੇਲ੍ਹ ਲਿੱਤਰ ਮਾਰਦੀ ਹੈ। ਜਿੱਥੇ ਜੇਲ੍ਹ ਜਾਣਾ ਪਹਿਲੀ ਸਲਾਮੀ ਸਾਡੀ ਇਹੀ ਹੋਣੀ ਹੈ, ਉਹਨਾਂ ਸਾਨੂੰ ਲਿੱਤਰ ਮਾਰ ਕੇ ਮੁਲਾਜ਼ੇ 'ਚ ਪੇਸ਼ ਕਰਨਾ ਕਿ ਸਾਹਿਬ ਅੱਗੇ ਬੋਲਣ ਨਾ, ਚੂਕਣ ਨਾ। ਅਤੇ ਲਾਹੌਰ ਨਹੀਂ ਲਿਆ, ਮੀਆਂ ਵਾਲੀ ਰਹੇ ਹਾਂ, ਸਾਹੀਵਾਲ ਰਹੇ ਹਾਂ, ਹੜਿਆਲਾ ਪਿੰਡੀ ਰਹੇ ਹਾਂ, ਜ਼ਿਆਦਾ ਆਪਣੇ ਗੁਜਰਾਂਵਾਲੇ ਰਹੇ ਹਾਂ, ਗੁਜਰਾਂਵਾਲੇ ਰਹੀਆਂ। ਅਤੇ ਦੱਸੋ ਜਵਾਨਾਂ ਨੂੰ ਕਿ ਬੇੜੀ ਬੜੀ ਔਖੀ ਸ਼ੈ ਹੁੰਦੀ ਹੈ। ਨਾ ਪਿਸ਼ਾਬ ਕੀਤਾ ਜਾਂਦਾ ਸਿੱਧਾ ਹੋ ਕੇ, ਨਾ ਸੁੱਤਾ ਜਾਂਦਾ। ਔਖਾ, ਬਹੁਤ ਔਖਾ ਪੈਂਦਾ। ਹਾਂਜੀ ਵੇਖੀ ਦੇ ਨੇ ਤੁਹਾਡੇ ਪ੍ਰੋਗਰਾਮ, ਦੱਸੀ ਦੇ ਨੇ ਬਕਾਇਦਾ, ਲੋਕਾਂ ਨੂੰ ਵਿਖਾਈ ਦੇ ਨੇ ਕਿ ਵੇਖੋ ਜਿਨ੍ਹਾਂ ਕੱਟੀਆਂ ਉਹਨਾਂ ਨੂੰ ਵੇਖੋ ਕਿਵੇਂ। ਅਤੇ ਘਰ ਉੱਜੜ ਜਾਂਦੇ ਨੇ ਪਿੱਛੋਂ ਜਦੋਂ ਜੇਲ੍ਹ ਕੱਟੀ ਹੈ, ਅਤੇ ਘਰਾਂ ਦੇ ਨਾ ਚੁੱਲ੍ਹਿਆਂ 'ਚ ਘਾਹ ਉੱਗ ਜਾਂਦੇ ਨੇ। ਸੱਚ ਸਿਆਣਿਆਂ ਕਹਿ ਗਏ ਨੇ 302 ਦਰੱਖਤ 'ਤੇ ਲਿਖਦੀ ਅਤੇ ਉਹ ਵੀ ਸੁੱਕ ਜਾਂਦਾ। ਅਤੇ ਅਸੀਂ ਕਹਿੰਦੇ ਹੁੰਦੇ ਸਾਂ ਐਵੇਂ ਗੱਲਾਂ ਨੇ। ਅਤੇ ਜਦੋਂ ਪਈ ਸਾਡੇ 'ਤੇ 40 ਮੱਝਾਂ ਹਨ ਅਤੇ ਵਾਪਸ ਆਏ, 1 ਮੱਝ ਰਹਿ ਗਈ ਸੀ। ਅਤੇ ਸਾਨੂੰ ਕਾਰੋਬਾਰ ਵੀ ਸੀ, ਕਾਰੋਬਾਰ ਵੀ ਕੋਈ ਸ਼ੈ ਨਹੀਂ ਰਹਿ ਗਈ, ਅਤੇ ਮਕਾਨ ਵੀ ਵਿਕ ਗਏ। ਫਿਰ ਜਾ ਕੇ ਜਾਨ ਛੁੱਟਦੀ ਬੰਦਿਆਂ ਦੀ।
آپ نے اس میسج میں سنا ہے کہ یہ شخص جو عمران ہے کتنی ہنڈی ورتی اس بندے نے باتیں کی ہیں. آپ یقین کیجیے گا، میں قسمیہ طور پہ آپ کو کہہ سکتا ہوں کہ اس نے جو باتیں کی ہیں 110% ہے. آپ لوگوں کو شاید اس چیز کا اندازہ نہیں. بندہ باہر جو ہے نا ایک گالی کی خاطر جو ہے بندے کو مار دیتا ہے، یا میری بہن کو اس نے چھیڑا ہے وہ جا کے اس کو قتل کر دیتے ہو. اس کے بعد آپ کو اندازہ ہی نہیں کہ آپ کے گھر والوں کے ساتھ جیل والوں کا رویہ کیا ہوتا ہے. جب آپ کی مائیں بہنیں جیل میں آپ کو ملنے کے لیے جائیں گی تو آپ کو اندازہ ہے کہ وہاں پر کانسٹیبل جو ہے وہ کس طرح سے آپ کی والدہ اور بہن کو ٹریٹ کریں گے. آپ کو ان چیزوں کا اگر اندازہ ہو تو بائی گاڈ کبھی زندگی میں آپ جرم کرنے کے بارے میں نہ سوچیں. میں جو باتیں آپ کو بتاتا ہوں نا، میری باتیں جن بندوں نے سن لی ہیں نا، اگر اس کے بعد ان کو جیل جانا پڑا تو وہ آنکھوں کے اندر کسن دے دے کے روئیں گے. کیا کہا بلا میں نے آپ کو، کسن دے دے کے روئیں گے. لیکن اس وقت جو ہے نا وقت گزر چکا ہوگا. آپ کو 12 دفعہ پروگرام سے میں یہ بتا چکا ہوں کہ جیل جو ہے نا زندگی کے اندر جو ہے نا ایک ایسی چیز، اللہ تعالیٰ اگر کسی کو وہاں پر لے جائے نا تو میری بات یاد رکھیے گا، بندہ موت مانگتا ہے. بندہ کہتا ہے یا خدایا مجھے کسی طریقے سے جو ہے نا موت آ جائے، یہ جیل جو ہے نا مجھ سے نہیں کاٹی جا رہی. میجورٹی جو ہوتی ہے نا، یعنی 99.9% لوگ روتے ہیں. آپ کو اس چیز کا اندازہ نہیں. آپ لوگ خدا نہ خواستہ اگر جیل چلے جاؤ گے نا تو میرے جتنے بھی پروگرامز میں نے آج تک جیلوں کے بارے میں کیے ہیں، آپ کو ایک ایک لفظ میرا یاد آئے گا کہ یہ بندہ جو باتیں بتاتا تھا یہ جینوین ہے. بھائی وہاں پر کوئی کسی کو غرض نہیں ہوتی. آپ بیمار ہو، آپ کو کوئی تکلیف ہے تو آپ کے ساتھ والا آپ کو کہتا ہے اوے بکواس بند کر کی کھپ آئی ہوں. اس طرح سے جو ہے نا آپ کو لوگ ٹریٹ کرتے ہیں. یعنی انسان کی زندگی جو ہے کتے سے بدتر ہوتی ہے. آپ کو اگر میری کسی بات پہ شک ہے تو آپ ایک وزٹ کر لینا، جرم کر کے جیل چلے جائیں، آپ کو پتہ لگ جائے گا. اگر آپ کو چھٹی کا دودھ اور نانی یاد نہ آ گئی تو میرا نام بدل کے رکھ دیجیے گا. پروگرام کا فیڈ بیک آپ لازمی دیجیے گا اور یہ بتائیے گا کہ آپ کو میری باتیں کس طرح کی لگتی ہیں. کیا آپ اس طرح کے پروگرامز دیکھنا چاہتے ہیں؟ کیا نوجوانوں کے لیے ایسی باتوں کو جاننا بڑا ضروری ہے؟ آپ نے کمنٹ باکس میں لکھنا ہے اور میں ہمیشہ کی طرح آپ کو رپلائی کرنے کی کوشش کروں گا. اپنا ڈھیر سارا خیال رکھیے گا جی. پاکستان زندہ باد.